सत श्री अकाल। मैं मिसिज बलवीर कौर ब्रिज लाल जिंदल DAV पब्लिक स्कूल जाखल मंडी तो जमात 12वीं पाठ पुस्तक पंजाबी लाजमी दूजा पाठ नीली लैके तुहाडे रूबरू हो रही हाँ। ये जिहड़ी कहानी है एक करतार सिंह दुग्गल द्वारा लिखी गई है। नीली कहानी जो है ये नीली नां दी एक गां है जो रंग दी गोरी सी। सेहतमंद गां दा दुੱਧ भी वधिया हुंदा है। कहानीकार दी पत्नी ने इस करके नीली गां दा जिहड़ा सी दुੱਧ उस दा भाव मुकाया ते गवाला हर रोज़ नीली गां नूं कहानीकार दी कोठी ते लै आउंदा ते उस नूं मेहंदी दे बूटे हेठां खिलार दिंदा ते दुੱਧ दी गागर भर के चोंदा। गवाला चारा ते वड़ेवें अपनी शर्त दे मुताबक उसनूं खवाउंदा सी। दुੱਧ ਦਾ ਭਾਵ ਮੁਕਾਉਣ ਵੇਲੇ ਕਹਾਣੀਕਾਰ ਦੀ ਪਤਨੀ ਨੇ ਨੀਲੀ ਨੂੰ ਚੰਗਾ ਚਾਰਾ ਖਵਾਉਣ ਦੀ ਸ਼ਰਤ ਗਵਾਲੇ ਅੱਗੇ ਰੱਖੀ ਸੀ। ਕਹਾਣੀਕਾਰ ਦੀ ਪਤਨੀ ਕਦੇ-ਕਦੇ ਟੋਕਰੀ ਵੀ ਵੇਖਦੀ ਸੀ ਕਿ ਉਹ ਠੀਕ ਚਾਰਾ ਪਾਉਂਦਾ ਪਿਆ ਹੈ ਜਾਂ ਨਹੀਂ। ਡੰਗਰ ਨੂੰ ਚੰਗੀ ਖੁਰਾਕ ਮਿਲਣ ਨਾਲ ਹੀ ਚੋਖਾ ਦੁੱਧ ਤੇ ਮੱਖਣ ਨਿਕਲਦਾ ਹੈ। ਹਰ ਰੋਜ਼ ਨੀਲੀ ਦੇ ਆਉਣ ਤੇ ਕਹਾਣੀਕਾਰ ਦੀ ਪਤਨੀ ਉਸਦੀ ਖੁਰਾਕ ਦੇ ਬਾਰੇ ਰੋਜ਼ ਸੋਚਦੀ ਰਹਿੰਦੀ ਸੀ। ਨੀਲੀ ਜਦੋਂ ਵੀ ਕਹਾਣੀਕਾਰ ਦੀ ਕੋਠੀ ਆਉਂਦੀ ਤਾਂ ਕਦੇ सौ रहे हुंदे सन कहानीकार ते उहदा परिवार, कदी सौ रहे हुंदे सन, कदी उठ रहे हुंदे सन ते कदी उठ चुके हुंदे सन। कई महीने इसे तरह बीत गए। नीली ने दुੱਧ देनों बंद कर दिता। फिर कुछ टाइम बाद फिर नीली दे वच्छी हुई तां वो फिर दोबारा दुੱਧ देना उसने शुरू कर दिता। कहानीकार दी पत्नी दी दुੱਧ दी लोड़ जिवें नीली ते ही निर्भर हो गई सी। नीली ਦਾ ਇੱਕ ਵੇਲੇ ਦਾ ਸਾਰਾ ਦੁੱਧ ਕਹਾਣੀਕਾਰ ਦੀ ਪਤਨੀ ਖਰੀਦ ਲੈਂਦੀ ਸੀ। ਕਹਾਣੀਕਾਰ ਦੀ ਪਤਨੀ ਮੁੜ ਗਵਾਲੇ ਨੂੰ ਵੱਛੀ ਨੂੰ ਵਧੇਰੇ ਦੁੱਧ ਛੱਡਣ ਬਾਰੇ ਕਹਿੰਦੀ ਸੀ ਕਿ ਵਧੇਰੇ ਦੁੱਧ ਵੱਛੀ ਨੂੰ ਪਿਆਇਆ ਜਾਵੇ, ਪਰ ਗਵਾਲਾ ਦੁੱਧ ਦਾ ਲਾਲਚ ਕਰਦਾ ਸੀ। ਉਹ ਵੱਛੀ ਨੂੰ ਦੁੱਧ ਬਹੁਤ ਘੱਟ ਪਿਆਉਂਦਾ ਸੀ। ਜਿਹੜੀ ਵੱਛੀ ਸੀ ਉਹ ਕਮਜ਼ੋਰ ਹੋ ਗਈ ਤੇ ਜਿਸ ਦੇ ਕਾਰਨ ਜਿਹੜੀ ਵੱਛੀ ਉਹ ਮਰ ਗਈ। ਵੱਛੀ ਦੇ ਮਰਨ ਦੇ ਨਾਲ ਜਿਹੜੀ ਨੀਲੀ ਗਾਂ ਸੀ ਉਹ ਬਹੁਤ ਸਦਮੇ ਵਿੱਚ ਆ ਗਈ ਕਿਉਂਕਿ ਉਹਦਾ ਬੱਚਾ ਜਿਹੜਾ ਵੱਛੀ ਸੀ ਉਹ ਮਰ ਗਿਆ ਸੀ, ਜਿਸ ਕਰਕੇ ਜਿਹੜੀ ਨੀਲੀ ਗਾਂ ਸੀ ਉਸਨੇ ਪੱਠੇ ਖਾਣੇ ਵੀ ਬੰਦ ਕਰ ਦਿੱਤੇ ਸਨ ਤੇ ਉਸਨੇ ਦੁੱਧ ਦੇਣਾ ਵੀ ਘੱਟ ਕਰ ਦਿੱਤਾ ਸੀਗਾ। ਇੱਕ ਦਿਨ ਅਗਲੀ ਸਵੇਰ ਨੀਲੀ ਜਦੋਂ ਸੀ, ਕਹਾਣੀਕਾਰ ਦੀ ਪਤਨੀ ਨੇ ਜਦੋਂ ਵੇਖਿਆ ਕਿ ਉਸਦੀ ਵੱਛੀ ਮਰ ਗਈ ਹੈ ਤਾਂ ਉਹਨੂੰ ਬਹੁਤ ਗੁੱਸਾ ਆਇਆ। ਉਸਨੂੰ ਪਤਾ ਸੀ ਕਿ ਗਵਾਲੇ ਨੇ ਵੱਛੀ ਨੂੰ ਦੁੱਧ ਨਾ ਪਿਆਉਣ ਕਾਰਨ ਇਸ ਨੂੰ ਮਾਰ ਦਿੱਤਾ ਹੈ, ਪਰ ਫਿਰ ਜਿਹੜੀ ਕਹਾਣੀਕਾਰ ਦੀ ਪਤਨੀ ਸੀ ਉਹ ਚੁੱਪ ਕਰ ਗਈ ਕਿਉਂਕਿ ਉਸਨੇ ਇਹ ਸੋਚਿਆ ਕਿ ਇਸ ਵਿੱਚ ਗਵਾਲੇ ਦਾ ਵੀ ਨੁਕਸਾਨ ਹੋਇਆ ਹੈ। ਅਗਲੇ ਸਵੇਰ ਨੀਲੀ ਗੇਟ ਦੇ ਸਾਹਮਣੇ ਖੜੀ ਹੋ ਗਈ। ਪਹਿਲਾਂ ਜਦੋਂ ਉਹ ਕਹਾਣੀਕਾਰ ਦੇ ਘਰ ਕੋਠੀ ਆਉਂਦੀ ਸੀ ਤਾਂ ਉਹ ਆਪਣੇ ਮੂੰਹ ਦੇ ਨਾਲ ਗੇਟ ਵੀ ਖੋਲ੍ਹਦੀ ਸੀ ਤੇ ਆਪ ਅੱਗੇ ਹੋ ਕੇ ਕੋਠੀ ਦੇ ਗੇਟ ਦੇ ਅੰਦਰ ਵੜਦੀ ਸੀ, ਪਰ ਹੁਣ ਉਹ ਗੇਟ ਦੇ ਸਾਹਮਣੇ ਖੜੀ ਸੀ। ਗਵਾਲਾ ਪਿੱਛੋਂ ਮਸਾਲੇ ਦੀ ਟੋਕਰੀ ਲੈ ਆ ਰਿਹਾ ਸੀ। ਪਹਿਲਾਂ ਨੀਲੀ ਤੁਸ ਮਾਰ ਕੇ ਗੇਟ ਖੋਲ੍ਹ ਲੈਂਦੀ ਸੀ, ਪਰ ਹੁਣ ਬਿਲਕੁਲ ਚੁੱਪਚਾਪ ਹੀ ਖੜੀ ਸੀ। ਜਦੋਂ ਗਵਾਲਾ ਅੰਦਰ ਆਇਆ ਤਾਂ ਪਿੱਛੇ ਨੀਲੀ ਹੌਲੀ ਕਦਮ ਪੁੱਟਦੀ ਹੋਈ ਦਾਖਲ ਹੋਈ। ਮਹਿੰਦੀ ਦੇ ਬੂਟੇ ਥੱਲੇ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆ ਰੱਖੀ। ਨੀਲੀ ਅੱਗੇ ਹੋਈ ਪਰ ਉਸ ਨੇ ਮੂੰਹ ਪਰਾਂ ਨੂੰ ਮੋੜ ਲਿਆ। ਨੀਲੀ ਨੇ ਮਸਾਲੇ ਨਾ ਖਾਧਾ, ਪੱਠੇ ਨਾ ਖਾਧੇ। ਬੜੀ ਉਸਨੇ ਗਵਾਲੇ ਨੇ ਕੋਸ਼ਿਸ਼ ਕੀਤੀ ਪਰ ਨੀਲੀ ਨੇ ਪੱਠੇ ਨਾ ਖਾਧੇ। ਫਿਰ ਉਸਨੇ ਟੋਕਰੀ ਚੁੱਕੀ ਤੇ ਤੁਰ ਪਿਆ। ਨੀਲੀ ਵੀ ਪਿੱਛੇ ਤੁਰ ਪਈ। ਕਹਾਣੀਕਾਰ ਦੀ ਪਤਨੀ ਨੇ ਨੌਕਰ ਨੂੰ ਡੇਅਰੀ ਤੋਂ ਦੁੱਧ ਲਿਆਉਣ ਲਈ ਕਿਹਾ। ਕਹਾਣੀਕਾਰ ਆਪਣੀ ਵੱਛੀ ਨੂੰ ਛਾਤੀ ਲਾਈ ਦੂਰ ਤੱਕ ਜਾਂਦੀ ਨੀਲੀ ਨੂੰ ਦੇਖਦੀ ਰਹੀ। ਅਗਲੇ ਦਿਨ ਮੂੰਹ ਹਨੇਰੇ ਹੀ ਗਵਾਲੇ ਦੇ ਪਿੱਛੇ ਨੀਲੀ ਆਈ। ਗਵਾਲੇ ਨੇ ਮਹਿੰਦੀ ਦੇ ਬੂਟੇ ਥੱਲੇ ਟੋਕਰੀ ਰੱਖੀ ਹੀ ਸੀ ਕਿ ਨੀਲੀ ਟੋਕਰੀ ਵਿੱਚ ਮੂੰਹ ਮਾਰਨ ਲੱਗੀ। ਨੀਲੀ ਨੂੰ ਇਸ ਤਰ੍ਹਾਂ ਮਸਾਲਾ ਖਾਂਦੀ ਵੇਖ ਕੇ ਗਵਾਲਾ ਗਾਗਰ ਲੈ ਕੇ ਨੀਲੀ ਕੋਲ ਦੁੱਧ ਚੋਣ ਲਈ ਬੈਠ ਗਿਆ, ਪਰ ਉਹ ਪਰੇ ਹੋ ਗਈ। ਨੀਲੀ 3 ਦਿਨ ਦੀ ਭੁੱਖੀ ਸੀ। ਗਵਾਲੇ ਨੇ ਫਿਰ ਕੋਸ਼ਿਸ਼ ਕੀਤੀ ਪਰ ਨੀਲੀ ਪੱਠੇ ਤਾਂ ਖਾ ਰਹੀ ਸੀ ਪਰ ਉਹ ਦੁੱਧ ਨਹੀਂ ਸੀ, ਇਸ ਕਰਕੇ ਕਿਉਂਕਿ ਉਸਨੇ 3 ਦਿਨਾਂ ਦੇ ਪੱਠੇ ਨਹੀਂ ਸੀ ਖਾਧੇ, ਇਸ ਕਰਕੇ ਉਸਨੇ ਦੁੱਧ ਨਾ ਦਿੱਤਾ। ਦੁਖੀ ਹੋ ਕੇ ਗਵਾਲੇ ਨੇ ਮਸਾਲੇ ਦੀ ਟੋਕਰੀ ਸੀ ਜਿਹੜੀ ਉਹ ਨੀਲੀ ਦੇ ਅੱਗੋਂ ਚੁੱਕ ਲਈ ਤੇ ਚੁੱਕ ਕੇ ਉਸ ਨੂੰ ਤੇਜ਼ ਉਹਨੂੰ ਲੈ ਕੇ ਤੁਰ ਪਿਆ। ਨੀਲੀ ਗਵਾਲੇ ਨੂੰ ਦੇਖਣ ਲੱਗ ਪਈ। ਜਦ ਗਵਾਲਾ ਕੋਠੀ ਦੇ ਗੇਟ ਕੋਲ ਪੁੱਜਾ ਤਾਂ ਨੀਲੀ ਅੜਿੰਗੀ ਜਿਵੇਂ ਗਵਾਲੇ ਨੂੰ ਬੁਲਾ ਰਹੀ ਹੋਵੇ
ਪਰ ਉਹ ਕੋਠੀ ਤੋਂ ਬਾਹਰ ਚਲਾ ਗਿਆ। ਨੀਲੀ ਕਿੰਨਾ ਚਿਰ ਮਹਿੰਦੀ ਦੇ ਬੂਟੇ ਥੱਲੇ ਖੜੀ ਮੂੰਹ ਚੁੱਕ ਕੇ ਗਵਾਲੇ ਨੂੰ ਵੇਖਦੀ ਰਹੀ, ਗਵਾਲੇ ਨੂੰ ਉਡੀਕਦੀ ਰਹੀ। ਕਦੇ ਉਹ ਅੜਿੰਗਦੀ, ਜਿਵੇਂ ਗਵਾਲੇ ਨੂੰ ਆਵਾਜ਼ਾਂ ਮਾਰਦੀ ਕਹਿ ਰਹੀ ਹੋਵੇ ਕਿ ਮੇਰੇ ਮਾਲਕ, ਤੈਨੂੰ ਕਿਉਂ ਨਹੀਂ ਸਮਝ ਆਉਂਦੀ? ਅਜੇ ਤਾਂ 2 ਦਿਨ ਨਹੀਂ ਹੋਏ ਮੇਰੀ ਵੱਛੀ ਨੂੰ ਮਰੀ ਨੂੰ। ਅੱਜ 3 ਦਿਨਾਂ ਦੀ ਮੈਂ ਭੁੱਖੀ ਪਾਣੀ ਹਾਂ ਤੇ ਕੁਛ ਨਹੀਂ ਖਾਧਾ। ਮੈਂ ਨਹੀਂ ਕਹਿੰਦੀ ਮੈਂ ਹਮੇਸ਼ਾ ਦੁੱਧ ਨਹੀਂ ਦਵਾਂਗੀ, ਮੈਂ ਦੁੱਧ ਦਵਾਂਗੀ, ਪਰ ਕੁਝ ਹੋਰ ਤੂੰ ਸਬਰ ਕਰ। ਤੂੰ ਮੁੜ ਆ, ਇੰਜ ਮੈਨੂੰ ਭੁੱਖ ਹੀ ਨਾ ਮਾਰ। ਅੱਗੇ ਥੋੜਾ ਮੇਰੇ ਨਾਲ ਅਨਿਆਂ ਹੋਇਆ ਹੈ, ਤੂੰ ਮੁੜ ਆ ਮੇਰੇ ਮਾਲਕ। ਕਿੰਨੀ ਦੇਰ ਨੀਲੀ ਇਸੇ ਤਰ੍ਹਾਂ ਮਹਿੰਦੀ ਹੇਠ ਖੜੀ ਕੋਠੀ ਦੇ ਗੇਟ ਵੱਲ ਵੇਖਦੀ ਰਹੀ, ਪਰ ਗਵਾਲਾ ਨਹੀਂ ਮੁੜਿਆ। ਇਸ ਤਰ੍ਹਾਂ ਨੀਲੀ ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ ਨੇ ਪਸ਼ੂਆਂ ਪ੍ਰਤੀ ਮਨੁੱਖਾਂ ਦੇ ਸਵਾਰਥੀ ਰਵੱਈਏ ਨੂੰ ਦੱਸਿਆ ਹੈ, ਕਿਉਂਕਿ ਇਸ ਵਿੱਚ ਕਹਾਣੀਕਾਰ ਨੇ ਇਹ ਦੱਸਿਆ ਹੈ ਕਿ ਪਸ਼ੂ ਸਿਰਫ ਦੁੱਧ ਦੇਣ ਵਾਸਤੇ ਹੀ ਨਹੀਂ ਹੁੰਦੇ। ਇਹ ਨਹੀਂ ਕਿ ਸਿਰਫ ਪਸ਼ੂ ਨੂੰ ਪੱਠੇ ਸਿਰਫ ਉਸ ਤੋਂ ਦੁੱਧ ਲੈਣ ਵਾਸਤੇ ਹੀ ਪਾਏ ਜਾਣ। ਉਹਨਾਂ ਦਾ ਦੁੱਖ ਦਰਦ ਵੀ ਮਨੁੱਖਾਂ ਦੀ ਤਰ੍ਹਾਂ ਹੀ ਹੁੰਦਾ ਹੈ। ਜੋ ਗਵਾਲੇ ਨੇ ਉਸ ਦੇ ਦੁੱਖ ਦਰਦ ਨੂੰ ਨਹੀਂ ਪਛਾਣਿਆ, ਸਿਰਫ ਉਸ ਨੇ ਆਪਣੇ ਮਤਲਬ ਲਈ ਦੁੱਧ ਤੱਕ ਹੀ ਆਪਣਾ ਮਤਲਬ ਰੱਖਿਆ। ਧੰਨਵਾਦ।